ਆਪਣੇ ਤੋਂ 20 ਸਾਲ ਵੱਡੇ ਨਾਲ ਯਾਰੀ ਲਾਣੀ, ਫਿਰ ਉਹਦੇ ਨਾਲ ਲੱਤਾਂ 'ਚ ਲੱਤਾਂ ਪਸਾ ਕੇ ਸੋਣਾ ਤੇ ਉਹਦੇ ਬਗੈਰ ਰਾਤੀ ਨੀਂਦਰ ਕੋ ਨਾ ਆਉਣੀ। ਸੁਬਾਹ ਉਹਨੇ ਉੱਠਣਾ ਤੇ ਉਹਨੂੰ ਤੇਲ ਦੀ ਮਾਲਿਸ਼ ਕਰਨੀ। ਯੂਰਪ ਦੀ ਹਾਲੀ ਯਾਰੀ ਨਹੀਂ, ਯੂਰਪ ਦੇ ਬਾਬੇ ਵੀ ਬੜੇ ਮਸ਼ਹੂਰ ਨੇ। ਜਿਹਨੂੰ ਕਿਧਰੇ ਕੰਮ ਨਹੀਂ ਨਾ ਲੱਭਦਾ ਉਹ ਜਾ ਕੇ ਬਾਬਿਆਂ ਕੋਲ ਦਿਹਾੜੀ ਲਾਉਂਦੇ। ਜਵਾਨ ਕਹਿੰਦਾ ਮੈਨੂੰ 1.5 ਸਾਲ ਹੋ ਗਿਆ ਸੀ ਇੱਥੇ ਯੂਰਪ ਆਏ ਆ, ਕਹਿੰਦਾ ਇੱਕ ਵੀ ਦਿਹਾੜੀ ਮੈਂ ਨਹੀਂ ਸੀ ਲਾਈ। ਕਹਿੰਦਾ ਡੇਰੇ ਤੇ ਮੁੜਿਆ ਸਾਰਿਆਂ ਨੂੰ ਆਖਿਆ, ਬਾਹਰ ਜਾ ਕੇ ਵੀ ਜਿਹੜਾ ਬੰਦਾ ਲੱਭਿਆ ਉਹਨੂੰ ਆਖਿਆ ਕਿ ਯਾਰ ਮੈਨੂੰ ਕੰਮ ਲਵਾ ਦੇ। ਉਹ ਆਂਦੇ ਅੱਛਾ ਯਾਰ ਤੇਰੇ ਵਾਸਤੇ ਕੰਮ ਪਤਾ ਕਰਾਂਗੇ, ਲੇਕਿਨ ਕਹਿੰਦਾ ਕੋਈ ਮੈਨੂੰ ਕੰਮ ਲਵਾ ਕੇ ਰਾਜ਼ੀ ਨਹੀਂ ਸੀ ਜਾਂ ਮੇਰੀ ਕਿਸਮਤ ਮਾੜੀ ਸੀ। ਕਹਿੰਦਾ ਡੇਰੇ ਤੇ ਉਹਨਾਂ ਦੇ ਮੈਂ ਕੰਮ ਕਰਦਾ ਜਾਂ ਬਰਤਨ ਧੋਂਦਾ ਸੀ। ਕਹਿੰਦਾ ਮੈਂ ਕਿਹਾ ਕਿਧਰੂ ਨਾ ਕਿਧਰੂ ਤੇ ਕੰਮ ਲੱਭੇਗਾ, ਲੇਕਿਨ ਕਹਿੰਦਾ ਸਾਡੇ ਡੇਰੇ ਤੇ ਇੱਕ ਮੁੰਡਾ ਰਹਿੰਦਾ ਸੀ। ਕਹਿੰਦਾ ਉਹਨੇ ਸੋਹਣਾ ਕੱਪੜਾ ਜੁੱਤੀ ਪਾਏ ਹੁੰਦਾ ਸੀ, ਫ੍ਰਿਜ 'ਚ ਉਹਦਾ ਦੁੱਧ ਪਿਆ ਹੁੰਦਾ ਸੀ, ਫਰੂਟ ਉਹ ਆਪਣੇ ਵਾਸਤੇ ਲੈ ਕੇ ਆਉਂਦਾ ਸੀ, ਬਦਾਮ ਉਹਨੇ ਗਿੱਲੇ ਕਰਕੇ ਰੱਖੇ ਹੁੰਦੇ ਸੀ, ਉਹ ਖਾਂਦਾ ਸੀ। ਕਹਿੰਦਾ ਚੰਗੀ ਭਲੀ ਉਹਦੀ ਖੁਰਾਕ ਹੀ, ਲੇਕਿਨ ਮੈਂ ਉਹਨੂੰ ਕਦੇ ਨਹੀਂ ਤੱਕਿਆ ਕੰਮ ਵਾਲੇ ਕੱਪੜਿਆਂ 'ਚ। ਕਹਿੰਦਾ ਇੱਕ ਦਿਨ ਮੈਂ ਉਹਨੂੰ ਪੁੱਛਿਆ ਕਿ ਯਾਰ ਤੂੰ ਕੰਮ ਕੀ ਕਰਨੇ? ਉਹਨੇ ਆਖਿਆ ਮੈਂ ਤੇ ਕੋਈ ਕੰਮ ਨਹੀਂ ਕਰਦਾ। ਮੈਂ ਕਿਹਾ ਯਾਰ ਕੋਈ ਤੇ ਕੰਮ ਕਰਨੇ ਜਿਹੜਾ ਇਤਨਾ ਖਰਚਾ ਕਰਨੇ, ਤੂੰ ਨਵੇਂ ਤੂੰ ਕੱਪੜੇ ਪਾਣੇ, ਦੁੱਧ ਲਿਆ ਕੇ ਰੱਖੀ, ਫਰੂਟ ਲਿਆ ਕੇ ਰੱਖੀ। ਉਹਨੇ ਆਖਿਆ ਯਾਰ ਗੱਲ ਸੁਣ, ਮੈਂ ਜਿਹੜਾ ਨਾ ਇੱਥੇ ਇੱਕ ਗਲੀ ਹੈ, ਉਹ ਗਲੀ 'ਚ ਬਾਬੇ ਖਲੋਤੇ ਹੁੰਦੇ ਨੇ, ਉਹਨਾਂ ਕੋਲ ਜਾ ਕੇ ਮੈਂ ਦਿਹਾੜ ਲਾ ਕੇ ਆਉਣਾ। ਮੈਂ ਉਹਨੂੰ ਆਖਿਆ ਕਿ ਯਾਰ ਤੂੰ ਮਜ਼ਾਕ ਕਰਨੇ ਪਿਆ, ਇਸ ਤਰ੍ਹਾਂ ਨਹੀਂ ਹੋ ਸਕਦਾ, ਬਾਬੇ ਕਿੱਥੋਂ ਖਲੋਤੇ ਨੇ? ਉਹਨੇ ਆਖਿਆ ਤੂੰ ਮੇਰੇ ਨਾਲ ਚੱਲ, ਜਾ ਕੇ ਤੂੰ ਤੱਕ ਲੈ। ਕਹਿੰਦਾ ਉਹ ਮੈਨੂੰ ਨਾਲ ਲੈ ਗਿਆ, ਜਾ ਕੇ ਉਸ ਗਲੀ 'ਚ ਵੜੇ ਤੇ ਕਹਿੰਦਾ ਬਾਬੇ ਹੀ ਬਾਬੇ ਗਲੀ 'ਚ ਖਲੋਤੇ, ਖੂੰਡੀਆਂ ਵਾਲੇ ਵੀ, ਬੜੇ ਬੜੇ ਬੁੱਢੇ ਬਾਬੇ। ਉਹਨਾਂ ਨੂੰ ਹਾਰਿਸ਼ ਹੁੰਦੀ ਸੀ ਇਸ ਕੰਮ ਦੀ। ਕਹਿੰਦਾ ਅਸੀਂ ਫਿਰਦੇ ਰਹੇ, ਕਹਿੰਦਾ ਢੇਰ ਜਗ੍ਹਾ ਤੇ ਫਰਾਟ ਰਾ ਕੇ ਨਾ 2-4 ਬਾਬਿਆਂ ਕੋਲ ਉਹਨੇ ਪੁੱਛਿਆ ਰੇਟ। ਕਹਿੰਦਾ ਸਾਰੇ ਬਾਬੇ 65 ਯੂਰੋ ਤੋਂ ਉੱਤੇ ਜਾਂਦੇ ਹੀ ਕੋਈ ਨਹੀਂ ਸੀ। ਮੈਨੂੰ ਆਦਾ ਕਿ ਸੁਣਾ ਹੈ ਹੀ ਦਿਲ, 2 ਮਿੰਟ ਬਾਬੇ ਨਾਲ ਲਗਾ ਜਾ ਤੇ ਆਪਣੇ 65 ਯੂਰੋ ਲੈ ਕੇ ਬਾਹਰ ਆ ਜਾਏ। ਕਹਿੰਦਾ ਮੈਂ ਤੇ ਪਹਿਲਾਂ ਨਾ ਕਰਦਾ ਰਿਹਾ, ਮੈਂ ਕਿਹਾ ਨਹੀਂ ਨਹੀਂ। ਕਹਿੰਦਾ ਮੈਨੂੰ ਆਦਾ ਕਿ ਚੱਲ ਥੋੜੀ ਦੇਰ ਬਾਹਰ ਖਲੋ। ਮੈਂ ਆਇਆ ਫਿਰ, ਕਹਿੰਦਾ ਮੈਂ ਬਾਹਰ ਉੱਤੇ ਥੜੀ ਤੇ ਬਹਿ ਰਿਹਾ। ਕਹਿੰਦਾ ਅੰਦਰ ਗਿਆ, 10 ਕੁ ਮਿੰਟ ਉਹਨੇ ਲਾਏ ਤੇ ਆ ਕੇ ਮੈਨੂੰ ਆਦਾ ਕਿ ਇਹ ਤੱਕ 10 ਮਿੰਟ ਮੇਰੇ ਲੱਗੇ ਨੇ ਤੇ ਮੈਂ 65 ਯੂਰੋ ਲੈ ਕੇ ਆ ਗਿਆ। ਤੇ ਮੈਨੂੰ ਕਿਹੜੀ ਟੈਨਸ਼ਨ ਹੈ, ਮੈਂ ਘਰ ਜਾ ਕੇ ਖੁੱਲੀ ਖੁਰਾਕ ਖਾ ਕੇ ਆਪਣੇ ਆਪ ਨੂੰ ਫੇਰ ਫਿੱਟ ਕਰ ਲੈਣਾ। ਕਹਿੰਦਾ ਮੈਂ ਕਿਹਾ ਹਾਲਾ ਕਿਸੇ ਨਾਲ ਗੱਲ ਕਰ, ਮੈਂ ਵੀ ਜਾਣਾ ਅੰਦਰ। ਕਹਿੰਦਾ ਮੇਰੀ ਵੀ ਨੀਅਤ ਖਰਾਬ ਹੋ ਗਈ। ਕਹਿੰਦਾ ਜੂੰ ਹੀ ਮੈਂ ਫਿਰ ਅੰਦਰ ਗਿਆ, ਅੰਦਰ ਜਾ ਕੇ ਕਹਿੰਦਾ ਮੈਂ ਫਿਰ ਜਿਹੜਾ ਨਾ ਉਹ ਕੰਮ ਪਾ ਕੇ ਤੇ ਕਹਿੰਦਾ ਇਸ ਵੇਲੇ ਬਾਹਰ ਆਇਆ ਤੇ ਕਹਿੰਦਾ ਮੈਨੂੰ ਵੀ 65 ਯੂਰੋ ਲੱਭੇ। ਕਹਿੰਦਾ ਸਾਰੇ ਰਾਹ ਮੈਂ ਪਰੇਸ਼ਾਨ ਰਿਹਾ। ਕਹਿੰਦਾ ਸਾਰੀ ਜ਼ਿੰਦਗੀ ਇਹੋ ਜਿਹਾ ਕੰਮ ਨਹੀਂ ਸੀ ਕੀਤਾ। ਮੈਂ ਸੋਚਿਆ ਪੈਸਿਆਂ ਵਾਸਤੇ ਕਿਤਨਾ ਘਟੀਆ ਮੈਂ ਕੰਮ ਕਰ ਦਿੱਤਾ, ਲੇਕਿਨ ਕਹਿੰਦਾ ਹੁਣ ਕਰ ਵੀ ਕਹਿ ਸਕਦਾ ਸੀ। ਕਹਿੰਦਾ ਘਰ ਆਇਆ, ਆਉਂਦਿਆਂ ਸਾਥ ਉਹਨੇ ਦੁੱਧ ਦਾ ਡੱਬਾ ਕੱਢਿਆ, ਮੈਨੂੰ ਕਹਿੰਦਾ ਲੈ ਦੁੱਧ ਦਾ ਗਲਾਸ ਸੱਟ। ਕਹਿੰਦਾ ਮੈਂ ਪੀਤਾ ਦੁੱਧ ਦਾ ਗਲਾਸ। ਕਹਿੰਦਾ ਉਸ ਤੋਂ ਬਾਅਦ ਨਹਾ ਧੋ ਕੇ ਤੇ ਕਹਿੰਦਾ ਬਹਿ ਰਹੇ। ਕਹਿੰਦਾ ਉਹ ਜਿਹੜਾ ਪਰਲੇ ਕਮਰੇ ਟੁਰ ਗਿਆ। ਕਹਿੰਦਾ 2 ਕੁ ਘੰਟੇ ਗੁਜ਼ਰੇ ਹੋਣੇ ਨੇ। ਕਹਿੰਦਾ ਮੈਂ ਕਿਹਾ ਇੱਕ ਵਾਰੀ ਫੇਰ ਗਲੀ 'ਚ ਚੱਕਰ ਲਾ ਕੇ ਆਉਣਾ ਤੇ 65 ਯੂਰੋ ਹੋਰ ਕਮਾ ਕੇ ਲੈ ਆਉਣਾ। ਕਹਿੰਦਾ ਮੈਂ ਟਲਿਆ। ਕਹਿੰਦਾ ਫੇਰ ਉਸੇ ਗਲੀ ਟੁਰ ਗਿਆ। ਕਹਿੰਦਾ ਜਾ ਕੇ ਇੱਕ ਬਾਬੇ ਨਾਲ ਗੱਲ ਕੀਤੀ, ਉਹਨੇ 65 ਯੂਰੋ ਹੀ ਗੱਲ ਕੀਤੀ। ਕਹਿੰਦਾ ਅੰਦਰ ਗਿਆ, ਅੰਦਰ ਜਾ ਕੇ ਕਹਿੰਦਾ 15 ਮਿੰਟ ਵੀ ਨਹੀਂ ਲਾਏ ਤੇ ਬਾਹਰ ਆ ਗਿਆ। ਕਹਿੰਦਾ 65 ਯੂਰੋ ਨੇ ਦਿੱਤੇ। ਕਹਿੰਦਾ ਮੇਰੇ ਕੋਲ 130 ਯੂਰੋ ਹੋ ਗਿਆ। ਕਹਿੰਦਾ ਘਰ ਦੇ ਵੀ ਬੜਾ ਤੰਗ ਕਰਦੇ ਸੀ ਪੈਸਿਆਂ ਵਾਸਤੇ। ਕਹਿੰਦਾ ਮੈਂ ਘਰ ਆ ਕੇ ਨਾ 130 ਯੂਰੋ ਪਹਿਲਾਂ ਜਿਹੜਾ ਪਾਕਿਸਤਾਨ ਭੇਜਿਆ। ਕਹਿੰਦਾ ਉਹਨਾਂ ਨੂੰ ਖੁਸ਼ ਹੋ ਗਏ ਕਿ ਮੁੰਡੇ ਸਾਡੇ ਨੇ ਪੈਸੇ ਭੇਜੇ ਨੇ। ਉਹਨਾਂ ਨੂੰ ਤਾਂ ਸੀ ਨਾ ਪਤਾ ਕਿ ਮੁੰਡਾ ਕਿਹੜੀਆਂ ਕਾਰਵਾਈਆਂ ਇੱਥੇ ਕਰਨ ਲੱਗੇ ਆ। ਬਹਰਹਾਲ ਕਹਿੰਦਾ ਮੈਂ ਜਿਹੜਾ ਇਸ ਤਰ੍ਹਾਂ ਪੈਸੇ ਕਮਾਣੇ ਸ਼ੁਰੂ ਕਰ, ਕਹਿੰਦਾ ਕਈ ਵਾਰ ਤੇ ਦਿਹਾੜ 'ਚ 3-3 4-4 ਵਾਰੀ ਮੈਂ ਜਾਂਦਾ ਰਿਹਾ, ਇਤਨੇ ਮੈਂ ਪੈਸੇ ਕਮਾਏ ਨੇ। ਕਹਿੰਦਾ ਅੱਗੋਂ ਜਿਹੜੇ ਡੇਰੇ ਤੇ ਮੁੰਡੇ ਰਹਿੰਦੇ ਨੇ ਉਹ ਬੜੇ ਤੰਗ ਹੋ ਗਏ ਮੇਰੇ ਤੋਂ, ਆਂਦੇ ਨੇ ਕਿ ਤੂੰ ਜਿਹੜਾ ਨਾ ਤੂੰ ਨਹਾਨੇ ਨਾ ਤੂੰ ਜਿਹੜਾ ਬਿਲਕੁਲ ਇੰਝ ਆ ਕੇ ਆਂਡੀ ਰੋਟੀ ਕਰਨ ਲੱਗ ਪਏ ਨੇ, ਖਾਣ ਲੱਗ ਪਏ ਨੇ, ਹੱਥ ਮਾਰਨੇ, ਅਸੀਂ ਤੇਰੇ ਨਾਲ ਨਹੀਂ ਰਹਿਣਾ। ਕਹਿੰਦਾ ਮੈਂ ਕਿਹਾ ਯਾਰ ਕੀ ਹੋ ਗਿਆ ਤੁਹਾਨੂੰ, ਮੈਂ ਕਿਹੜਾ ਕੋਈ ਤੁਹਾਡੀਆਂ ਰੋਟੀਆਂ 'ਚ ਮਾਰ। ਉਹਨਾਂ ਕਿਹਾ ਨਾ ਭਾਈ ਤੂੰ ਇੰਝ ਕਰ, ਆਪਣਾ ਬੰਦੋਬਸਤ ਕਰ ਤੇ ਆ ਡੇਰਾ ਛੱਡਣ ਵਾਲੀ ਗੱਲ ਕਰ। ਕਹਿੰਦਾ ਮੈਂ ਕਿਹਾ ਮੈਂ ਕਿਉਂ ਡੇਰਾ ਛੱਡਾਂ? ਕਹਿੰਦਾ ਦੂਸਰਾ ਮੁੰਡਾ ਵੀ ਤੇ ਉਹਨੇ ਕਿਹਾ ਭਾਈ ਉਹ ਬੇਸ਼ੱਕ ਜੋ ਮਰਜ਼ੀ ਕਰਦਾ, ਉਹਦੇ ਚਾਚੇ ਦਾ ਡੇਰਾ ਹੈ, ਤੇਰਾ ਡੇਰਾ ਨਹੀਂ ਹੈ, ਤੂੰ ਜਿਹੜਾ ਨਾ ਇੱਥੋਂ ਨਿਕਲਣ ਵਾਲੀ ਗੱਲ ਕਰ। ਕਹਿੰਦਾ ਮੈਂ ਕਿਹਾ ਮੈਂ ਕਿੱਧਰ ਜਾਵਾਂਗਾ? ਉਹਨਾਂ ਕਿਹਾ ਭਾਈ ਸਾਨੂੰ ਨਹੀਂ ਪਤਾ, 1 ਹਫ਼ਤੇ ਦਾ ਤੇਰੇ ਕੋਲ ਟਾਈਮ ਹੈ ਤੇ ਇੱਥੋਂ ਨਿਕਲ ਜਾ ਤੂੰ। ਕਹਿੰਦਾ ਮੈਂ ਅੱਗੂ ਜਿਹੜਾ ਨਾ ਪਤਾ ਕਰਨ ਲੱਗ ਪਿਆ ਰਿਹਾਇਸ਼ ਵਾਸਤੇ। ਕਹਿੰਦਾ ਲੇਕਿਨ ਮੈਨੂੰ ਰਿਹਾਇਸ਼ ਕੋਈ ਨਹੀਂ ਸੀ ਲੱਭ ਰਹੀ। ਕਹਿੰਦਾ ਜਿਸ ਵੇਲੇ ਟਾਈਮ ਪੂਰਾ ਹੋ ਗਿਆ ਉਹਨਾਂ ਕਿਹਾ ਭਾਈ ਆਪਣਾ ਬੈਗ ਫਾੜ ਤੇ ਨਿਕਲ ਇੱਥੋਂ। ਕਹਿੰਦਾ ਮੈਂ ਉੱਥੋਂ ਨਿਕਲ ਆਇਆ। ਕਹਿੰਦਾ ਸਾਹਮਣੇ ਇੱਕ ਦੁਕਾਨ ਸੀ ਆਪਣੇ ਪਾਕਿਸਤਾਨੀਆਂ ਦੀ। ਕਹਿੰਦਾ ਉੱਥੇ ਮੈਂ ਟੁਰ ਗਿਆ। ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਇਸ ਤਰ੍ਹਾਂ ਮੈਨੂੰ ਰਿਹਾਇਸ਼ ਚਾਹੀਦੀ। ਉਹਨਾਂ ਕਿਹਾ ਯਾਰ ਰਿਹਾਇਸ਼ ਤੇ ਸਾਡੇ ਕੋਲ ਕੋਈ ਨਹੀਂ ਹੈ। ਕਹਿੰਦਾ ਉੱਥੇ ਇੱਕ ਅੰਕਲ ਹੋਰੀ ਖਲੋਤੇ ਸੀ, ਉਹ ਵੀ ਆਪਣੇ ਮੁਲਕ ਦੇ ਸੀ। ਕਹਿੰਦਾ ਉਹਨਾਂ ਨਾਲ ਗੱਪ ਹੋਣ ਲੱਗ ਪਈ। ਉਹਨਾਂ ਕਿਹਾ ਤੇਰੇ ਕੋਲ ਰਿਹਾਇਸ਼ ਨਹੀਂ ਹੈ? ਮੈਂ ਕਿਹਾ ਨਹੀਂ ਮੇਰੇ ਕੋਲ ਤੇ ਕੋਈ ਨਹੀਂ। ਉਹਨਾਂ ਕਿਹਾ ਤੂੰ ਮੇਰੇ ਨਾਲ ਲਗਾ ਚੱਲ, ਮੈਂ ਤੈਨੂੰ ਆਪਣੇ ਡੇਰੇ ਤੇ ਲੈ ਚੱਲਣਾ। ਕਹਿੰਦਾ ਮੈਨੂੰ ਉੱਥੇ ਡੇਰੇ ਤੇ ਲੈਣ ਦਿਆ।
ਕਹਿੰਦਾ ਉਹਨਾਂ ਡੇਰੇ ਤੇ ਢੇਰ ਵਾਮ ਅੱਗੇ ਰਹਿੰਦੀ ਸੀ ਵੀ, ਲੇਕਿਨ ਅੰਕਲ ਜਿਹੜਾ ਆਪਣਾ ਕਮਰਾ ਜਿਹੜਾ ਉਹ ਲਾਦਾ ਰੱਖਿਆ ਸੀ। ਕਹਿੰਦਾ ਉਸ ਕਮਰੇ ਮੈਨੂੰ ਕਹਿੰਦਾ ਤੂੰ ਇੱਥੇ ਹੀ ਲੰਮਾ ਪੈ ਜਾ। ਕਹਿੰਦਾ ਪਹਿਲਾਂ ਉਹਨਾਂ ਆਖਿਆ ਕਿ ਥੱਲੇ ਗੱਦਾ ਪਾ ਲੈ, ਤੂੰ ਇੱਥੇ ਲੰਮਾ ਪੈ ਜਾ। ਉਹਨਾਂ ਦਾ ਆਪਣਾ ਸਿੰਗਲ ਬੈੱਡ ਸੀ। ਕਹਿੰਦਾ ਬਹਰਹਾਲ ਉੱਥੇ ਮੈਂ ਰਹਿਣ ਲੱਗ ਪਿਆ। ਸੁਬਾਹ ਉੱਠ ਕੇ ਉਹਨਾਂ ਕਹਿੰਦਾ ਮੇਰੇ ਵਾਸਤੇ ਨਾਸ਼ਤਾ ਬਣਾਇਆ। ਮੈਨੂੰ ਆਂਦੇ ਨੇ ਕਿ ਉੱਠ ਨਾਸ਼ਤਾ ਕਰ ਲੈ। ਕਹਿੰਦਾ ਮੈਂ ਨਾਸ਼ਤਾ ਕੀਤਾ। ਕਹਿੰਦਾ ਉਸ ਤੋਂ ਬਾਅਦ ਜਿਹੜਾ ਮੇਰਾ ਬੜਾ ਜ਼ਿਆਦਾ ਧਿਆਨ ਰੱਖਦੇ ਸੀ। ਕਹਿੰਦਾ ਹਰ ਵਕਤ ਜਿਹੜਾ ਨਾ ਮੇਰੇ ਨਾਲ ਗੱਪਾਂ ਲਾਉਂਦੇ ਰਹਿੰਦੇ, ਮੇਰੇ ਨੇੜੇ ਨੇੜੇ ਰਹਿੰਦੇ ਸੀ। ਕਹਿੰਦਾ ਮੈਨੂੰ ਕਲਾਵੇ ਮਾਰਨ ਲੱਗ ਪਏ ਸੀ। ਕਹਿੰਦਾ ਮੈਂ ਤੇ ਅੱਗੇ ਬਾਬਿਆਂ ਦਾ ਆਦੀ ਹੋਇਆ ਸਾਂ। ਕਹਿੰਦਾ ਲੇਕਿਨ ਮੈਂ ਜਿਹੜਾ ਨਾ ਬਿਲਕੁਲ ਕੋਈ ਮਹਿਸੂਸ ਨਹੀਂ ਕੀਤਾ। ਕਹਿੰਦਾ ਆਸਤਾ ਪਹਿਲਾਂ ਤੇ ਉਹਨਾਂ ਦਰਵਾਜ਼ਾ ਜਿਹੜਾ ਕਮਰੇ ਦਾ ਬੰਦ ਰੱਖਿਆ ਹੁੰਦਾ ਸੀ, ਫਿਰ ਉਹਨਾਂ ਜਿਹੜਾ ਕੁੰਡੀ ਲਾਣੀ ਸ਼ੁਰੂ ਕਰ ਦਿੱਤੀ। ਕਹਿੰਦਾ ਜਿਸ ਵੇਲੇ ਉਹਨਾਂ ਕੁੰਡੀ ਲਾਈ, ਕਹਿੰਦਾ ਉਸ ਤੋਂ ਬਾਅਦ ਜਿਹੜਾ ਨਾ ਉਹ ਬੜੀ ਪਰੇਸ਼ਾਨੀ ਬਣ ਗਈ ਉਸੇ ਡੇਰੇ ਤੇ। ਉਹਨਾਂ ਆਖਿਆ ਤੁਸੀਂ ਅੰਦਰੋਂ ਕੁੰਡੀ ਲਾ ਲੈਂਦੇ ਹੋ, ਕਿਉਂ ਲਾਉਂਦੇ ਹੋ, ਅੰਦਰ ਕੀ ਕਰਦੇ ਹੋ? ਕਹਿੰਦਾ ਮੈਂ ਆਖਾਂਗੇ ਅਸਾਂ ਕੀ ਕਰਨਾ, ਉਂਝ ਉਹਨਾਂ ਕੁੰਡੀ ਲਾਈ। ਉਹਨਾਂ ਆਖਿਆ ਨਹੀਂ ਤੁਸੀਂ ਕਿਹੜਾ ਜਣਾ ਜਨਾਨੀ ਹੋ ਜਿਹੜੇ ਅੰਦਰੋਂ ਕੁੰਡੀ ਲਾਉਂਦੇ ਹੋ? ਕਹਿੰਦਾ ਉਹ ਡੇਰੇ ਵਾਲੇ ਜਿਹੜਾ ਇਤਰਾਜ਼ ਕਰਨ ਲੱਗ ਪਏ। ਉਹਨਾਂ ਆਖਿਆ ਅੱਜ ਤੋਂ ਬਾਅਦ ਤੁਸੀਂ ਕੁੰਡੀ ਨਹੀਂ ਲਾਣੀ। ਕਹਿੰਦਾ ਬਹਰਹਾਲ ਉਹਨਾਂ ਕੁੰਡੀ ਕੋ ਨਾ ਲਾਣ ਦਿੱਤੀ। ਕਹਿੰਦਾ ਬਾਅਦ 'ਚ ਜਿਹੜਾ ਬੈੱਡ ਹੈ ਨਾ, ਅੰਕਲ ਆਂਦਾ ਕਿ ਡਬਲ ਬੈੱਡ ਮੈਨੂੰ ਲੱਭ ਗਿਆ, ਅਸੀਂ ਇੱਥੇ ਡਬਲ ਬੈੱਡ ਰੱਖ ਲੈਂਦੇ ਆ ਤੇ ਤੂੰ ਵੀ ਜਿਹੜਾ ਉੱਤੇ ਮੰਜੀ ਤੇ ਸਵੀ ਕਰੀ। ਕਹਿੰਦਾ ਉਹ ਡਬਲ ਬੈੱਡ ਲਿਆ ਕੇ ਉਸ ਕਮਰੇ 'ਚ ਰੱਖਿਆ। ਕਹਿੰਦਾ ਅੱਗੂ ਅਸੀਂ ਦੋਏ ਜਿਹੜਾ ਨਾ ਆਸਤਾ ਆਸਤਾ ਇੱਕ ਦੂਜੇ ਨੂੰ ਕਲਾਵਾ ਮਾਰ ਕੇ ਸੌਣ ਲੱਗ ਪਏ। ਕਹਿੰਦਾ ਲੱਤਾਂ 'ਚ ਲੱਤਾਂ ਫਸਾ ਕੇ ਅਸੀਂ ਸੌਂਦੇ ਸਾਂ। ਕਹਿੰਦਾ ਸੁਬਾਹ ਉੱਠਦੇ ਸੀ ਤੇ ਮੈਨੂੰ ਆਖਦੇ ਸੀ ਲੈ ਯਾਰ ਥੋੜੀ ਮਾਲਿਸ਼ ਤੇ ਮੈਨੂੰ ਕਰੀ। ਕਹਿੰਦਾ ਮੈਂ ਤੇਲ ਦੀ ਮਾਲਿਸ਼ ਉਹਨਾਂ ਨੂੰ ਕਰਨੀ ਚੰਗੇ ਜ਼ੋਰ ਦੀ। ਕਹਿੰਦਾ ਮੈਨੂੰ ਕਦੇ 50 ਯੂਰੋ ਦਿੰਦੇ, ਕਦੇ 40 ਯੂਰੋ ਦਿੰਦੇ, ਮੇਰੇ ਵਾਸਤੇ ਕੋਈ ਨਾ ਕੋਈ ਚੀਜ਼ ਲੈ ਆਉਂਦੇ ਸੀ। ਕਹਿੰਦਾ ਬੜੀ ਮੇਰਾ ਧਿਆਨ ਰੱਖਦੇ। ਮੈਂ ਇਹ ਸਮਝਦਾ ਸਾਂ ਕਿ ਸ਼ਾਇਦ ਮੈਨੂੰ ਆਪਣਾ ਪੁੱਤਰ ਸਮਝਦੇ ਨੇ। ਕਹਿੰਦਾ ਬਹਰਹਾਲ ਮੈਂ ਜਿਹੜਾ ਨਾ ਇਸ ਤਰ੍ਹਾਂ ਸਿਲਸਿਲਾ ਜਾਰੀ ਰੱਖਿਆ। ਲੇਕਿਨ ਕਹਿੰਦਾ ਇੱਕ ਦਿਨ ਮੈਨੂੰ ਆਂਦੇ ਨੇ ਕਿ ਯਾਰ ਮੇਰਾ ਦਿਲ ਹੈ ਕਿ ਤੂੰ ਮੈਨੂੰ ਪਿੱਛੂ ਕਲਾਵਾ ਮਾਰ। ਕਹਿੰਦਾ ਮੈਂ ਕਿਹਾ ਕੀ ਆਖਿਆ? ਕਹਿੰਦਾ ਨਹੀਂ ਪਿੱਛੂ ਮੈਨੂੰ ਕਲਾਵਾ ਮਾਰ। ਕਹਿੰਦਾ ਮੈਂ ਪਿੱਛੂ ਕਲਾਵਾ ਮਾਰਿਆ। ਕਹਿੰਦਾ ਅੱਗੋਂ ਆਸਤਾ ਆਸਤਾ ਜਿਹੜਾ ਨਾ ਉਹ ਮੇਰੇ ਹੋਰ ਜ਼ਿਆਦਾ ਨੇੜੇ ਲੱਗਣ ਲੱਗ ਪਏ। ਕਹਿੰਦਾ ਮੈਨੂੰ ਸਮਝ ਆ ਗਈ ਕਿ ਇਹਨਾਂ ਨੂੰ ਵੀ ਹਾਰਿਸ਼ ਹੁੰਦੀ ਹੈ ਪੀ। ਕਹਿੰਦਾ ਮੈਨੂੰ ਕਿਹੜਾ ਕੋਈ ਮਸਲਾ ਸੀ, ਉਹ ਮੈਨੂੰ ਉਂਝ ਵੀ ਆਖਦੇ ਤੇ ਮੈਂ ਕਰ ਦੇਣਾ ਸੀ, ਮੈਨੂੰ ਤੇ ਪੈਸੇ ਚਾਹੀਦੇ ਸੀ। ਕਹਿੰਦਾ ਬਹਰਹਾਲ ਨਾ ਉਹ ਰਾਜ਼ੀ ਹੋ ਗਏ। ਕਹਿੰਦਾ ਮੈਂ ਜਿਹੜਾ ਨਾ ਉਹਨਾਂ ਨਾਲ ਜਿਹੜਾ ਗੇਮ ਪਾਈ। ਕਹਿੰਦਾ ਗੇਮ ਪਾ ਦਿੱਤੀ। ਕਹਿੰਦਾ ਉਸ ਤੋਂ ਬਾਅਦ ਜਿਹੜਾ ਅੰਕਲ ਜਿਹੜਾ ਨਾ ਬਿਲਕੁਲ ਸ਼ੁਦਾਈ ਹੋ ਗਿਆ ਮੇਰਾ, ਕਿ ਮੇਰੇ ਬਗੈਰ ਤੇ ਉਹ ਸਾਹ ਵੀ ਨਹੀਂ ਸੀ ਲੈਂਦਾ। ਕਹਿੰਦਾ ਮੇਰੇ ਕੱਪੜੇ ਧੋਣੇ, ਮੇਰੇ ਹਰ ਚੀਜ਼ ਦਾ ਉਹਨੇ ਹਿਆਲ ਰੱਖਣਾ। ਉਹ ਡੇਰੇ ਵਾਲੇ ਮੁੰਡੇ ਸਾਰੇ ਤੱਕਦੇ ਸੀ ਕਿ ਇਹਨੂੰ ਹੋ ਕੇ ਗਿਆ, ਇਹ ਤੇ ਇਸ ਤਰ੍ਹਾਂ ਇਹਦਾ ਹਿਆਲ ਰੱਖਦਾ ਪਿਆ ਜਿਸ ਤਰ੍ਹਾਂ ਇਹਦੀ ਜ਼ਨਾਨੀ ਹੈ। ਬਹਰਹਾਲ ਕਹਿੰਦਾ ਉਹ ਆਸਤਾ ਆਸਤਾ ਜਿਹੜਾ ਸਿਲਸਿਲਾ ਸਾਡਾ ਜਾਰੀ ਰਿਹਾ। ਕਹਿੰਦਾ ਕਦੇ ਮੇਰੇ ਵਾਸਤੇ ਸੇਬ ਚੁੱਕੇ, ਕਦੇ ਕੋਈ ਖੁਸ਼ਕ ਮੇਵਾ ਚੁੱਕਿਆ। ਕਹਿੰਦਾ ਇਸ ਤਰ੍ਹਾਂ ਮੇਰਾ ਹਿਆਲ ਰੱਖ ਰਹੇ ਸੀ। ਬਹਰਹਾਲ ਕਹਿੰਦਾ ਜਿਉਂ ਹੀ ਜਿਸ ਵੇਲੇ ਫਿਰ ਅੱਗੋਂ ਇੱਕ ਦਿਨ ਅਸੀਂ ਘਰ ਸਾਂ, ਕਹਿੰਦਾ ਕਮਰੇ ਸਾਂ, ਅੰਦਰੋਂ ਅਸਾਂ ਕੁੰਡੀ ਲਾਈ ਸੀ। ਕਹਿੰਦਾ ਜਿਹੜਾ ਨਾ ਉਹ ਗੇਮ ਅਸੀਂ ਪਾ ਰਹੇ ਸਾਂ। ਕਹਿੰਦਾ ਡੇਰੇ ਦਾ ਜਿਹੜਾ ਮਾਲਕ ਹੈ ਨਾ ਉਹਨੇ ਪੋਲਾ ਜਿਹਾ ਦਰਵਾਜ਼ਾ ਖੋਲਿਆ, ਉਹਨੂੰ ਪਹਿਲਾਂ ਹੀ ਕਿਸੇ ਦੱਸਿਆ ਸੀ। ਕਹਿੰਦਾ ਜਿਉਂ ਹੀ ਉਹ ਅੰਦਰ ਆਇਆ ਤੇ ਕਹਿੰਦਾ ਉਹਨੂੰ ਆਵਾਜ਼ ਆਈ ਤੇ ਕਹਿੰਦਾ ਉਹਨੇ ਜ਼ੋਰ ਜ਼ੋਰ ਦਾ ਦਰਵਾਜ਼ਾ ਖੜਕਾਇਆ। ਉਹਨੇ ਆਖਿਆ ਬਾਹਰ ਨਿਕਲੋ। ਹਾਂ ਕਹਿੰਦਾ ਜਿਸ ਵੇਲੇ ਬਾਹਰ ਕੱਢਿਆ, ਕਹਿੰਦਾ ਤੁਸੀਂ ਕਿ ਬਗੈਰਤੀ ਸ਼ੁਰੂ ਕੀਤੀ ਅੱਜ ਤਾਂ ਮੈਂ ਤੁਹਾਨੂੰ ਉੱਥੋਂ ਫਾੜ ਲਿਆ। ਕਹਿੰਦਾ ਨਹੀਂ ਅਸੀਂ ਕੁਝ ਵੀ ਨਹੀਂ ਕਰਦੇ ਸੀ ਪਏ। ਬਹਰਹਾਲ ਕਹਿੰਦਾ ਇਤਨੀ ਦੇਰ ਨੂੰ ਫਿਰ ਉਹ ਡੇਰੇ ਦੇ ਇਸ ਵੇਲੇ ਮੁੜੇ ਆਏ। ਸ਼ਾਮੀ ਸਾਰੇ ਬੈਠੋ। ਉਹਨੇ ਕਿਹਾ ਗੱਲ ਸੁਣੋ, ਇਹਨਾਂ ਦੋਵਾਂ ਨੇ ਜਿਹੜਾ ਨਾ ਡੇਰੇ ਤੇ ਗੰਦ ਪਾਇਆ। ਇਹ ਬੁੱਢੇ ਬੰਦੇ ਨੇ ਨਾਲ ਜਵਾਨ ਮੁੰਡੇ ਨੂੰ ਲਾ ਕੇ ਤੇ ਅੰਦਰ ਪਤਾ ਨਹੀਂ ਕੀ ਕਰਦੇ ਰਹਿੰਦੇ ਨੇ। ਕਹਿੰਦਾ ਮੈਂ ਕਿਹਾ ਇਸ ਤਰ੍ਹਾਂ ਦੀ ਤੇ ਕੋਈ ਗੱਲ ਨਹੀਂ। ਉਹਨਾਂ ਕਿਹਾ ਨਾ ਮੈਂ ਸਾਰਾ ਕੁਝ ਤੱਕ ਲਿਆ, ਤੂੰ ਆਪਣੀ ਜ਼ਿੰਦਗੀ ਕਿਉਂ ਖਰਾਬ ਕਰਨ ਲੱਗਿਆ? ਤੂੰ ਜਵਾਨ ਜਾਨ ਤੇ ਐਵੇਂ ਇਸ ਤਰ੍ਹਾਂ ਤਾਂ ਨਾ ਕਰ। ਹੈ ਵੀ ਬਾਬਾ ਤੇ ਚਲੋ ਆਪਣੀ ਜ਼ਿੰਦਗੀ ਜਿਹੜੀ ਹੈ ਗੁਜ਼ਾਰ ਬੈਠੇ ਆ ਤੇ ਇਸ ਵਾਸਤੇ ਤੂੰ ਇਹਦੇ ਤੋਂ ਬਚ ਤੇ ਕੋਈ ਹੋਰ ਕੰਮ ਢੂੰਡ, ਜਾ ਕੇ ਆਪਣਾ ਕੰਮ ਕਾਜ ਕਰ। ਕਹਿੰਦਾ ਮੇਰੇ ਦਿਮਾਗ ਤੇ ਕਿੱਥੋਂ ਗੱਲ ਪਵੇ। ਕਹਿੰਦਾ ਬਹਰਹਾਲ ਨਾ ਉਹਨਾਂ ਆਖਿਆ ਕਿ ਤੈਨੂੰ ਸਮਝਾਉਣ ਲੱਗੇ ਆ, ਪਰ ਅਸੀਂ ਤੇ ਤੁਹਾਨੂੰ ਡੇਰੇ ਤੇ ਨਹੀਂ ਰੱਖਣਾ, ਅੱਗੋਂ ਕਿਧਰੇ ਜਾਣਾ ਹੀ ਤੇ ਆਪਣਾ ਹਿਆਲ ਕਰ ਤੇ ਜਾ ਕੇ ਜਿਹੜਾ ਆਪਣੇ ਮੁਸਤਕਬਲ ਦਾ ਸੋਚ। ਕਹਿੰਦਾ ਉਹਨਾਂ ਡੇਰੇ ਤੋਂ ਸਾਨੂੰ ਕੱਢ ਦਿੱਤਾ, ਉਹ ਅੰਕਲ ਨੂੰ ਵੀ ਕੱਢ ਦਿੱਤਾ, ਮੈਨੂੰ ਵੀ ਕੱਢ ਦਿੱਤਾ। ਕਹਿੰਦਾ ਜ਼ਾਹਿਰੀ ਗੱਲ ਹੈ ਸਾਡੇ ਕਰਤੂਤ ਹੀ ਜੇ ਇੰਜ ਦੇ ਸੀ। ਬਹਰਹਾਲ ਕਹਿੰਦਾ ਜਿਉਂ ਬਾਹਰ ਨੇ ਮੈਂ ਕਿਹਾ ਅੰਕਲ ਜੀ ਹੁਣ ਕਿੱਧਰ ਜਾਵਾਂਗੇ? ਉਹਨਾਂ ਕਿਹਾ ਨਾ ਫਿਕਰ ਕਰ, ਮੇਰਾ ਹੋਰ ਦੋਸਤ ਹੈ। ਕਹਿੰਦਾ ਉਹਨੂੰ ਕਾਲ ਮਾਰੀ ਤੇ ਉਹਨੇ ਵੀ ਕੋਈ ਨਾ ਗੱਲ ਸੁਣੀ। ਕਹਿੰਦਾ ਮੈਂ ਅੱਗੋਂ ਜਿਹੜਾ ਮੁੰਡਾ ਸੀ ਨਾ ਉੱਥੇ ਉਹ ਡੇਰੇ ਤੇ ਜਿਹਨੇ ਮੈਨੂੰ ਇਸ ਕੰਮ ਲਾਇਆ ਸੀ, ਕਹਿੰਦਾ ਮੈਂ ਉਹਨੂੰ ਕਾਲ ਮਾਰੀ। ਉਹਨੇ ਆਖਿਆ ਠੀਕ ਹੈ ਤੂੰ ਆ ਜਾ, ਮੈਂ ਤੈਨੂੰ ਫਿਰ ਇਸ ਡੇਰੇ ਤੇ ਰਹਾ ਦਿਆਂਗਾ, ਤੂੰ ਪਰੇਸ਼ਾਨ ਨਾ ਹੋਇਆ ਵੀ। ਕਹਿੰਦਾ ਫਿਰ ਉਹਨੇ ਮੈਨੂੰ ਜਿਹੜਾ ਨਾ ਉਸ ਡੇਰੇ ਤੇ ਰਹਾ ਦਿੱਤਾ। ਅੰਕਲ ਜਿਹੜਾ ਉਹ ਆਪਣੇ ਵਾਸਤੇ ਰਿਹਾਇਸ਼ ਢੂੰਡਣ ਲੱਗ ਪਿਆ। ਲੇਕਿਨ ਕਹਿੰਦਾ ਮੇਰੇ ਨਾਲ ਉਹਨੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਪਰਤ ਕੇ ਮੈਂ ਅੰਕਲ ਦੇ ਨੇੜੇ ਨਹੀਂ ਲੱਗਾ। ਕਹਿੰਦਾ ਸਾਲ ਡੇਢ ਤੇ ਮੇਰਾ ਇਸ ਤਰ੍ਹਾਂ ਹੀ ਗੁਜ਼ਰ ਗਿਆ। ਉਸ ਤੋਂ ਬਾਅਦ ਕਹਿੰਦਾ ਫਿਰ ਮੈਂ ਮਾਫੀ ਮੰਗ ਲਈ, ਤੋਬਾ ਕਰ ਲਈ ਇਹਨਾਂ ਕੰਮਾਂ ਤੋਂ ਕਿ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਮੈਂ ਕੰਮ ਨਹੀਂ ਕਰਨਾ। ਕਹਿੰਦਾ ਬੰਦਿਆਂ ਮੈਨੂੰ ਦੱਸਿਆ ਕਿ ਇਹਦੇ 'ਚ ਬੜੀਆਂ ਡਾਢੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਇਨਸਾਨ ਦੇ ਬਚਣ ਦੇ ਚਾਂਸ ਬਹੁਤ ਘੱਟ ਹੋ ਜਾਂਦੇ ਨੇ। ਕਹਿੰਦਾ ਪਹਿਲਾਂ ਤੇ ਮੈਨੂੰ ਬੰਦੇ ਦੱਸਦੇ ਸੀ, ਮੈਂ ਉਸ ਵੇਲੇ ਮੰਨਦਾ ਕੋਈ ਨਹੀਂ ਸੀ, ਲੇਕਿਨ ਬਾਅਦ 'ਚ ਮੈਨੂੰ ਪਤਾ ਲੱਗਾ ਕਿ ਵਾਕਈ ਇਹਦੇ ਨਾਲ ਬਿਮਾਰੀਆਂ ਬਹੁਤ ਡਾਢੀਆਂ ਲੱਗਦੀਆਂ ਨੇ। ਇਹ ਨਾ ਹੋਵੇ ਪੈਸੇ ਦੇ ਚੱਕਰ 'ਚ ਆਪਣੀ ਜਵਾਨੀ ਜਿਹੜੀ ਹੈ ਤੂੰ ਖਰਾਬ ਕਰ ਲਵੇਂ। ਇਸ ਵਾਸਤੇ ਕਹਿੰਦਾ ਮੈਂ ਫਿਰ ਇਸ ਚੀਜ਼ ਤੋਂ ਤੋਬਾ ਕਰ ਲਈ। ਮੈਂ ਹੁਣ ਦੁਬਾਰਾ ਕਹਿੰਦਾ ਮੈਂ ਨਹੀਂ
ਨਹੀਂ, ਮੈਂ ਚਲ ਕਿਤੇ ਫੈਕਟਰੀ ਕੰਮ ਕਰ ਲਾਂਗਾ ਲੇਕਿਨ ਇਹ ਕੰਮ ਨਹੀਂ ਕਰਨਾ। ਕਹਿੰਦਾ ਘਰਦਿਆਂ ਨੂੰ ਪੈਸਿਆਂ ਦੀ ਆਦਤ ਪਈ ਸੀ ਲੇਕਿਨ ਮੈਂ ਉਹਨਾਂ ਨੂੰ ਆਖਿਆ ਹੁਣ ਸਬਰ ਕਰੋ, ਜਿੰਨੀ ਦੇਰ ਤੱਕ ਕੰਮ ਮੇਰਾ ਸੈੱਟ ਨਹੀਂ ਹੁੰਦਾ ਤੁਸੀਂ ਜਿਹੜਾ ਕੋਈ ਮੇਰੇ ਕੋਲ ਪੈਸੇ ਨਹੀਂ ਮੰਗਣੇ। ਬਹਰਹਾਲ ਕਹਿੰਦਾ ਮੈਂ ਆਪਣਾ ਸਿਲਸਿਲਾ ਜਾਰੀ ਰੱਖਿਆ, ਕੰਮ ਮੈਨੂੰ ਲੱਭ ਗਿਆ। ਫਿਰ ਕਹਿੰਦਾ ਉਸ ਤੋਂ ਬਾਅਦ ਜਿਹੜਾ ਮੈਂ ਕੰਮ ਕਰਨਾ ਸ਼ੁਰੂ ਕੀਤਾ ਤੇ ਜਿਸ ਵੇਲੇ ਉਹ ਗੱਲਾਂ ਯਾਦ ਆਉਂਦੀਆਂ ਨਾ ਮੈਨੂੰ ਕਿ ਮੈਂ ਕਿਹੜੇ ਕਿਹੜੇ ਕੰਮ ਕਰਦਾ ਰਿਹਾ ਵਾਂ, ਲੇਕਿਨ ਕਹਿੰਦਾ ਜ਼ਾਹਰੀ ਗੱਲ ਹੈ ਫਿਰ ਉਹ ਉਮਰ ਇੰਜ ਦੀ ਸੀ, ਨਾਦਾਨ ਸਾਂ, ਪੈਸਾ ਨਜ਼ਰ ਕੋ ਨਹੀਂ ਸੀ ਆਇਆ, ਸਾਰੀਆਂ ਬੇਵਕੂਫੀਆਂ ਕੀਤੀਆਂ ਨੇ। ਲੇਕਿਨ ਇਹਦਾ ਕੰਮ ਗਲਤ ਹੈ, ਇਹ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਕੰਮ ਜਿਹੜੇ ਨੇ ਇਹ ਜਿਹੜਾ ਕੰਮ ਬੰਦੇ ਨੂੰ ਖਰਾਬ ਕਰਦੇ ਨੇ। ਬਾਕੀ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤਾਂ ਕੋਸ਼ਿਸ਼ ਕਰਿਆ ਕਰੋ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਕਰਿਆ ਕਰੋ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।